ਗੁਰਬਾਣੀ ਪ੍ਰਸਾਰ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਗੁਰਦੁਆਰਾ ਸੋਧ ਬਿੱਲ 2023 ਪਾਸ ਕੀਤਾ ਸੀ। ਉਸ ਬਿੱਲ ਦੇ ਅਗਲੇ ਕਦਮ ਕਿਹੜੇ ਨੇ ਜਾਂ ਕਿੱਥੇ ਹੁਣ ਉਸ ਬਿੱਲ ਦਾ ਪੜਾਅ ਹੈ, ਕਿਹੜੀ ਪਲਾਂਘ ਹੈ, ਇਸ ਸਮੁੱਚੇ ਵਰਤਾਰੇ ਉੱਤੇ ਗੱਲਬਾਤ ਕਰਾਂਗੇ। ਇਸ ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਭਗਵੰਤ ਸਿੰਘ ਜੀ, ਤੁਹਾਡਾ ਵੈਲਕਮ, ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ। ਡਾਕਟਰ ਸਾਹਿਬ, ਗੁਰਦੁਆਰਾ ਸੋਧ ਬਿੱਲ 2023 ਪਿਛਲੇ ਦਿਨੀ ਪੰਜਾਬ ਸਰਕਾਰ ਨੇ 2 ਦਿਵਸੀ ਇੱਕ ਸਪੈਸ਼ਲ ਇਜਲਾਸ ਸੱਦ ਕੇ ਉਹ ਪਾਸ ਕੀਤਾ ਸੀ। ਉਸ ਉੱਤੇ ਇਸ ਵੇਲੇ ਸੂਬੇ ਦੀ ਰਾਜਨੀਤੀ ਤੇ ਪੰਥਕ ਹਲਕਿਆਂ ਦੇ ਵਿੱਚ ਇੱਕ ਵੱਡਾ ਵਿਵਾਦ ਭਖਿਆ ਹੋਇਆ ਹੈ। ਅੱਜ ਆਪਾਂ ਗੱਲ ਕਰਨੀ ਹੈ ਕਿ ਉਹ ਸੋਧ ਬਿੱਲ ਦਾ ਹੁਣ ਅਗਲਾ ਪੜਾਅ ਕੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਦੇ ਉਸ ਬਿੱਲ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਜਨਰਲ ਇਜਲਾਸ ਸੱਦਿਆ ਤੇ ਮੁੱਢੋਂ ਰੱਦ ਕਰ ਦਿੱਤਾ। ਹੁਣ ਉਹ ਬਿੱਲ ਕਿੱਥੇ ਹੈ? ਇੱਕ ਬੰਨੇ ਸਰਕਾਰ ਵੱਲੋਂ ਉਸ ਬਿੱਲ ਨੇ ਪਲਾਂਘ ਪੁੱਟਣੀ ਹੈ ਤੇ ਦੂਜੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਡਾਕਟਰ ਸਾਹਿਬ ਦੱਸਿਓ ਕਿ ਇਹ ਬਿੱਲ ਦੀਆਂ ਹੱਕ ਤੇ ਵਿਰੋਧ ਦੀਆਂ ਜਿਹੜੀਆਂ 2 ਪਲਾਂਘਾਂ ਨੇ ਇਸ ਵੇਲੇ ਕਿੱਥੇ ਕਿੱਥੇ ਖੜੀਆਂ ਨੇ। ਭਿੰਦਰ ਸਾਹਿਬ, ਜਿਸ ਤਰ੍ਹਾਂ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਤੇ ਇਹਨੂੰ ਪਾਸ ਕੀਤਾ ਤੇ ਪਾਸ ਕਰਨ ਤੋਂ ਬਾਅਦ ਸਪੀਕਰ ਸਾਹਿਬ ਨੇ ਇਹਦੇ ਤੇ ਕਾਨੂੰਨੀ ਮਸ਼ੀਰ ਤੋਂ ਸਲਾਹ ਮਸ਼ਵਰਾ ਲਿਆ, ਕਾਨੂੰਨ ਕਰਾ ਲਈ ਤੇ ਹੁਣ ਉਹ ਰਾਜਪਾਲ ਜੀ ਪਾਸ ਪ੍ਰਵਾਨਗੀ ਲਈ ਭੇਜ ਦਿੱਤਾ। ਪਰ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇੱਕ ਸਪੈਸ਼ਲ ਜਨਰਲ ਇਜਲਾਸ ਬੁਲਾ ਕੇ ਇਸ ਬਿੱਲ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ, ਜਿਹਦੇ ਵਿੱਚ ਸਾਰੀਆਂ ਧਿਰਾਂ ਨੇ ਸਰਬਸੰਮਤੀ ਦੇ ਨਾਲ ਇਸ ਬਿੱਲ ਨੂੰ ਨਾ ਮਨਜ਼ੂਰ ਕੀਤਾ। ਇਹਦੇ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਇਹ ਵੀ ਮਤਾ ਪਾਸ ਕੀਤਾ ਹੈ ਕਿ ਹਰ ਤਰ੍ਹਾਂ ਦੇ ਕਾਨੂੰਨੀ ਪਹਿਲੂ ਵਰਤਿਆ ਜਾਵੇ ਅਤੇ ਜੇ ਕਾਨੂੰਨੀ ਨੁਕਤਿਆਂ ਦੇ ਨਾਲ ਨਹੀਂ ਹੁੰਦਾ ਤਾਂ ਇਸ ਸੰਬੰਧੀ ਇੱਕ ਮੋਰਚਾ ਵੀ ਲਾਇਆ ਜਾ ਸਕਦਾ। ਜਿਸ ਤਰ੍ਹਾਂ ਦਾ ਉਹਨਾਂ ਨੇ ਪਲਾਨ ਕੀਤਾ, ਇਹਦੇ ਵਿੱਚ ਕਾਨੂੰਨੀ ਪਹਿਲੂਆਂ ਦੇ ਪਹਿਲਾਂ, ਕਿਉਂਕਿ ਉਹ ਗਵਰਨਰ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵਫਦ ਲੈ ਕੇ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਚੁੱਕੇ ਨੇ ਤੇ ਆਪਣਾ ਵਿਰੋਧ ਦਰਜ ਕਰਾ ਚੁੱਕੇ ਨੇ। ਤੇ ਹੁਣ ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕਰਨ ਦਾ ਲਈ ਸਮਾਂ ਮੰਗਿਆ ਤੇ ਉਹਨਾਂ ਨੂੰ ਸਾਰੀ ਇਹ ਸੂਚਨਾ ਭੇਜ ਦਿੱਤੀ ਗਈ ਹੈ। ਸਦਨ ਵੱਲੋਂ ਆਪਣੇ SGPC ਦੇ ਵੱਲੋਂ ਪਾਸ ਕੀਤਾ ਗਿਆ ਮਤਾ ਤੇ ਸਾਰੀਆਂ ਜੋ ਵੀ ਇਹਦੀ ਜੋ ਵੀ ਇਸ ਦੇ ਮਤਲਬ ਜਿਨ੍ਹਾਂ ਦੇ ਪ੍ਰਤੀ ਟਕਰਾਅ ਰਿਹਾ ਉਹ ਸਾਰੀ ਗੱਲਬਾਤ ਉਹਨਾਂ ਨੇ ਲਿਖ ਕੇ ਮਾਨਯੋਗ ਗ੍ਰਹਿ ਮੰਤਰੀ ਜੀ ਨੂੰ ਭੇਜ ਦਿੱਤੀ ਗਈ ਹੈ ਤੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਛੇਤੀ ਹੀ। ਇਸ ਤੋਂ ਬਾਅਦ ਮਾਨਯੋਗ ਰਾਸ਼ਟਰਪਤੀ ਜੀ ਨੂੰ ਵੀ ਮਿਲਣ ਦਾ ਉਹਨਾਂ ਦਾ ਪ੍ਰੋਗਰਾਮ ਹੈ। SGPC ਤੋਂ ਜਿਹੜਾ ਇਹ ਪੱਖ ਹੈਗਾ। ਹੁਣ ਇਹ ਗੱਲ ਹੈ ਵੀ ਜਿਹੜਾ ਇਹ ਬਿੱਲ ਪਾਸ ਕੀਤਾ ਗਿਆ, ਇਸ ਦੇ ਵਿਰੋਧ ਅਤੇ ਪੱਖ ਦੇ ਵਿੱਚ ਕਿਸ ਤਰ੍ਹਾਂ ਦੀ ਗੇਮ ਚੱਲ ਰਹੀ ਹੈ। ਹੁਣ ਸਰਕਾਰ ਨੇ ਇਸ ਨੂੰ ਐਕਟ ਬਣਾਉਣ ਦੇ ਲਈ ਮਾਨਯੋਗ ਗਵਰਨਰ ਸਾਹਿਬ ਕੋਲ ਭੇਜਿਆ। ਗਵਰਨਰ ਸਾਹਿਬ ਇਹ ਦੇਖਣਗੇ ਇਸ ਦੇ ਕਾਨੂੰਨੀ ਪਹਿਲੂਆਂ ਨੂੰ, ਇਹਦੇ ਸੰਵਿਧਾਨਿਕ ਪਹਿਲੂਆਂ ਨੂੰ ਅਤੇ ਹੋਰ ਤਰ੍ਹਾਂ ਦੀ ਇਹਦੀ ਜੋ ਵੀ ਉਹਨਾਂ ਨੇ ਸਾਰੇ ਪੱਖ ਨੇ ਉਹਨਾਂ ਦੇ ਉੱਪਰ ਨਜ਼ਰਸਾਨੀ ਤੋਂ ਬਾਅਦ ਗਵਰਨਰ ਸਾਹਿਬ ਇਹਦੇ ਤੇ ਮਨਜ਼ੂਰੀ ਦਿੰਦੇ ਆ ਜਾਂ ਇਹਨੂੰ ਵਾਪਸ ਭੇਜਦੇ ਆ ਜਾਂ ਹਾਲੇ ਆਪਣੇ ਕੋਲ ਹੀ ਰੱਖਦੇ ਆ, ਕੋਈ ਕਾਰਵਾਈ ਨਹੀਂ ਕਰਦੇ ਕੁਝ, ਕਿਉਂਕਿ ਗਵਰਨਰ ਸਾਹਿਬ ਦੀ ਮੋਹਰ ਤੋਂ ਬਾਅਦ ਹੀ, ਉਹਨਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਇਹ ਜਾਂ ਐਕਟ ਬਣੇਗਾ ਜਾਂ ਜੇ ਉਹਨਾਂ ਨੇ ਰੱਦ ਕੀਤਾ ਤਾਂ ਰੱਦ ਹੋਏਗਾ। ਇਹ ਗਵਰਨਰ ਸਾਹਿਬ ਦੇ ਉੱਪਰ ਨਿਰਭਰ ਕਰਦਾ ਹੈ। ਤੇ ਪੰਜਾਬ ਸਰਕਾਰ ਨੇ ਉਸ ਦਿਨ ਜਿਹੜਾ ਇਜਲਾਸ ਹੋਇਆ ਸੀ, ਸਪੈਸ਼ਲ ਇਜਲਾਸ, ਉਸ ਦੇ ਵਿੱਚ 4 ਬਿੱਲ ਲਿਆਂਦੇ ਸੀ। ਉਹਨਾਂ ਦੇ ਵਿੱਚੋਂ ਸਿਰਫ 2 ਬਿੱਲ ਹੀ ਭੇਜੇ ਨੇ ਗਵਰਨਰ ਸਾਹਿਬ ਦੀ ਮਨਜ਼ੂਰੀ ਲਈ। ਇੱਕ ਤਾਂ ਗੁਰਦੁਆਰਾ ਸੁਧਾਰ ਸੋਧ ਬਿੱਲ ਅਤੇ ਦੂਸਰਾ ਪੰਜਾਬ ਦੀ ਸੋਧ ਉਹਨਾਂ ਨੇ ਭੇਜਿਆ। ਤੇ ਜਦ ਕਿ 2 ਬਿੱਲ, ਜਿਹੜਾ ਯੂਨੀਵਰਸਿਟੀ ਲਾਜ ਬਿੱਲ ਸੀ ਉਹ ਨਹੀਂ ਭੇਜਿਆ ਤੇ ਇੱਕ ਕਾਲਜਾਂ ਦੇ ਲਈ ਜਿਹੜੇ ਗ੍ਰਾਂਟਡ ਕਾਲਜ ਹੈ ਉਹਨਾਂ ਦੀ ਸਿਕਿਉਰਿਟੀ ਦੇ ਸਰਵਿਸ ਸੰਬੰਧੀ ਜਿਹੜਾ ਹੈਗਾ ਸੀਗਾ ਸੋਧ ਗਈ ਸੀ, ਉਹ ਵੀ ਨਹੀਂ ਹਾਲੇ ਭੇਜਿਆ ਹੈਗਾ ਪੰਜਾਬ। ਹੁਣ ਦੇਖਣਾ ਇਹ ਹੋਵੇਗਾ ਕਿ ਗਵਰਨਰ ਸਾਹਿਬ ਇਹਦੇ ਬਾਰੇ ਕੀ ਕਾਰਵਾਈ ਕਰਦੇ ਨੇ, ਭਵਿੱਖ ਦੇ ਵਿੱਚ ਆਏਗੀ ਤੇ ਇਸ ਤੋਂ ਬਾਅਦ ਹੀ ਇਹ ਅਗਲੀ ਚਰਚਾ ਦਾ ਵਿਸ਼ਾ ਬਣੇਗਾ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਮਤਲਬ ਕਿ ਜਿਹੜਾ ਗੁਰਦੁਆਰਾ ਸੋਧ ਬਿੱਲ 2023 ਸੀ ਪੰਜਾਬ ਸਰਕਾਰ ਵੱਲੋਂ ਜਿਹੜਾ ਪਾਸ ਕੀਤਾ ਗਿਆ ਸੀ, ਉਸ ਨੂੰ ਹੁਣ ਰਾਜਪਾਲ ਦਫ਼ਤਰ ਕੋਲ ਸਰਕਾਰ ਨੇ ਭੇਜ ਦਿੱਤਾ ਹੈ ਆਪਣੀ ਕਾਨੂੰਨੀ ਰਾਏ ਮਸ਼ਵਰੇ ਤੋਂ ਬਾਅਦ। ਹੁਣ ਰਾਜਪਾਲ ਦਫ਼ਤਰ ਉਸ ਨੂੰ ਕਾਨੂੰਨੀ ਲਿਹਾਜ਼ ਤੋਂ ਵਾਚਣ ਲੱਗ ਪਿਆ ਤੇ ਅਗਲੇ ਸਮੇਂ ਗਵਰਨਰ ਸਾਹਿਬ ਉਸ ਨੂੰ
ਲੀਗਲ ਟੀਮ ਕੋਲ ਭੇਜਣਗੇ। ਹੁਣ ਅੱਗੇ ਦੇਖਣਾ ਹੋਵੇਗਾ ਕਿ ਗਵਰਨਰ ਸਾਹਿਬ ਉਸ ਬਿੱਲ ਉੱਤੇ ਕਿੰਨੇ ਕੁ ਸੰਤੁਸ਼ਟ ਹੁੰਦੇ ਨੇ। ਉਹ ਆਪਣੇ ਕੋਲ ਰੱਖਦੇ ਹੈ ਜਾਂ ਅੱਗੇ ਭੇਜਦੇ ਹੈ ਜਾਂ ਕੋਈ ਉਹਦੇ ਤੇ ਨੋਟਿੰਗ ਲਾ ਕੇ ਸਵਾਲ ਲਾ ਕੇ ਵਾਪਸ ਫਿਰ ਪੰਜਾਬ ਸਰਕਾਰ ਨੂੰ ਭੇਜਦੇ ਨੇ। ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਦੂਜੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਨਰਲ ਇਜਲਾਸ ਸੱਦਿਆ ਸੀ ਤੇ ਉਸ ਪੰਜਾਬ ਸਰਕਾਰ ਦੇ ਪਾਸ ਕੀਤੇ ਗੁਰਦੁਆਰਾ ਸੋਧ ਬਿੱਲ 2023 ਨੂੰ ਮੁੱਢੋਂ ਰੱਦ ਕਰ ਦਿੱਤਾ ਸੀ ਤੇ ਸ਼੍ਰੋਮਣੀ ਕਮੇਟੀ ਨੇ ਵੀ ਉਸ ਬਿੱਲ ਨੂੰ ਦਸਤਾਵੇਜ਼ ਵਜੋਂ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਤੇ ਨਾਲ ਹੀ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਉਹ ਹੁਣ ਸ਼੍ਰੋਮਣੀ ਕਮੇਟੀ ਦਾ ਵਫਦ ਅਗਲੇ ਸਮੇਂ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਨੂੰ ਇਸ ਮਾਮਲੇ ਦੇ ਵਿੱਚ ਮਿਲੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਹੈ ਇਹ ਮਸ਼ਕ ਵੱਡੇ ਪੱਧਰ ਉੱਤੇ ਆਰੰਭ ਦਿੱਤੀ ਹੈ ਕਿ ਉਹ ਅਗਲੇ ਸਮੇਂ ਜਲਦੀ ਹੀ ਉਹ ਇਸ ਮਾਮਲੇ ਉੱਤੇ ਗ੍ਰਹਿ ਮੰਤਰੀ ਨੂੰ ਜਾਣੂ ਕਰਾਉਣ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਸ਼ਿਕਵਾ ਹੈ ਕਿ ਪਿਛਲੇ ਸਮੇਂ ਜਦੋਂ ਵੀ ਗੁਰਦੁਆਰਾ ਐਕਟ 1925 ਦੇ ਵਿੱਚ ਕੋਈ ਸੋਧ ਹੋਈ ਹੈ, ਅਮੈਂਡਮੈਂਟ ਹੋਈ ਹੈ, ਤਾਂ ਸ਼੍ਰੋਮਣੀ ਕਮੇਟੀ ਦੀ ਸਰਕਾਰ ਨੇ ਸਲਾਹ ਲਈ ਕਹਿੰਦਾ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਇਜਲਾਸ ਦੇ ਵਿੱਚ ਉਸ ਸੋਧ ਨੂੰ ਪਹਿਲਾਂ ਪ੍ਰਵਾਨਗੀ ਦਿੱਤੀ ਗਈ ਹੈ, ਤਾਂ ਹੀ ਉਸ ਪਿੱਛੋਂ ਭਾਰਤ ਸਰਕਾਰ ਨੇ ਉਸ ਦੇ ਵਿੱਚ ਕੋਈ ਸੋਧ ਕੀਤੀ ਹੈ। ਹੁਣ ਇਹ ਮਾਮਲਾ ਕਈ ਪਾਸਿਓਂ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਘਿਰਿਆ ਹੋਇਆ ਹੈ। ਡਾਕਟਰ ਸਾਹਿਬ ਮੋਟੇ ਤੌਰ ਤੇ ਸਾਰੇ ਸਮੁੱਚੇ ਮਾਮਲੇ ਦੇ ਵਿੱਚ ਕਾਨੂੰਨੀ ਪੇਚੀਦਗੀ ਤੁਹਾਡੇ ਹਿਸਾਬ ਨਾਲ ਕਿਹੜੀ ਹੋ ਸਕਦੀ ਹੈ? ਪਿੰਡਰ ਸਾਹਿਬ ਇਹਦੇ ਵਿੱਚ ਜਿਸ ਤਰ੍ਹਾਂ ਕਿ ਗੁਰਦੁਆਰਾ ਐਕਟ 1925 ਉਹ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਸਾਰਾ ਲਾਗੂ ਕੀਤਾ ਜਾਂਦਾ ਹੈ, ਪਰ ਕਿਉਂਕਿ ਉਹਦੇ ਵਿੱਚ ਗੁਰਬਾਣੀ ਦੇ ਪ੍ਰਸਾਰਨ ਬਾਰੇ ਕੋਈ ਮਤ ਨਹੀਂ ਸੀ ਤੇ ਸਰਕਾਰ ਨੇ ਇਹ ਪੈਂਤੜਾ ਲੈ ਕੇ, ਕਿਉਂਕਿ ਗੁਰਬਾਣੀ ਦਾ ਪ੍ਰਸਾਰਨ ਪਿਛਲੇ ਸਮੇਂ ਤੋਂ ਇੱਕ ਅਦਾਰੇ ਵੱਲੋਂ ਕੀਤਾ ਜਾ ਰਿਹਾ ਹੈ ਜਿਹਦੀ ਕਿ ਮਨੋਪਲੀ, ਤੇ ਇਹਨੂੰ ਮੁਫਤ ਗੁਰਬਾਣੀ ਦਾ ਪ੍ਰਸਾਰਨ ਕਰਨ ਦੀ ਨੀਤੀ ਦੇ ਤਹਿਤ ਪੰਜਾਬ ਸਰਕਾਰ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਚਾਰ ਮੁਫਤ ਹੋਣਾ ਚਾਹੀਦਾ ਹੈ। ਇਹਦੇ ਲਈ ਕੋਈ ਉਹ ਕਿਸੇ ਇੱਕ ਅਦਾਰੇ ਦੀ ਮਨੋਪਲੀ ਨਹੀਂ ਹੋਣੀ ਚਾਹੀਦੀ ਤੇ ਸਾਰੇ ਚੈਨਲ ਜੋ ਵੀ ਇਹਦੀ ਮਰਿਆਦਾ ਦਾ ਪਾਲਣ ਕਰਨਗੇ, ਨਿਯਮਾਂ ਅਨੁਸਾਰ ਉਹ ਆਪਣਾ ਪ੍ਰਸਾਰਨ ਕਰਨ। ਇਸ ਦੇ ਲਈ ਇਹਨਾਂ ਨੇ ਇਹ ਬਿੱਲ ਲਿਆਂਦਾ ਸੀ, ਬਿੱਲ ਨੂੰ ਵੀ ਐਕਟ ਬਣਾ ਕੇ ਇਸ ਤਰ੍ਹਾਂ ਕਰ, ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਇੱਕ ਸੰਸਥਾ ਹੈ ਜਿਹਦੇ ਵਿੱਚ ਸਰਕਾਰਾਂ ਵੱਲੋਂ ਬਹੁਤ ਘੱਟ ਦਖਲ ਦਿੱਤਾ ਜਾਂਦਾ, ਜਿਵੇਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇ ਵੇਲੇ ਮਾਸਟਰ ਤਾਰਾ ਸਿੰਘ ਜੀ ਨਾਲ ਇੱਕ ਸਮਝੌਤਾ ਹੋਇਆ ਸੀ ਜਿਹਦੇ ਵਿੱਚ ਇਹ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੇ ਵਿੱਚ ਸਰਕਾਰ ਕੋਈ ਦਖਲ ਨਹੀਂ ਦੇਵੇਗੀ, ਜੇ ਇਹਦੇ ਵਿੱਚ ਕੋਈ ਸੁਧਾਰ ਵੀ ਕਰਨਾ ਹੋਊਗਾ ਤਾਂ SGPC ਦੇ ਹਾਊਸ ਵੱਲੋਂ 2/3 ਮੈਜੋਰਟੀ ਨਾਲ ਆਪਣੀ ਸਿਫਾਰਿਸ਼ ਭੇਜੀ ਜਾਊਗੀ ਤੇ ਸਰਕਾਰ ਉਸ ਦੇ ਵਿੱਚ ਕੋਈ ਅਮੈਂਡਮੈਂਟ ਕਰੇਗਾ। ਪਰ ਮੌਜੂਦਾ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਨੇ ਆਪਣੇ ਤੌਰ ਤੇ ਇਹ ਬਿੱਲ ਲਿਆਂਦਾ ਹੈਗਾ। ਇਸ ਤਰ੍ਹਾਂ ਦਾ ਇਹ ਇੱਕ ਟਕਰਾਅ ਦਾ ਕਾਰਨ ਬਣ ਰਿਹਾ ਹੈਗਾ ਦੋਨੋਂ ਪਾਸਿਆਂ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੰਜਾਬ। ਹੁਣ ਦੇਖਣ ਵਾਲੀ ਗੱਲ ਤਾਂ ਇੱਕ ਇਹ ਹੈ ਭਿੰਡਰ ਸਾਹਿਬ, ਜਿਹੜੀ SGPC ਪੂਰਾ ਆਪਣਾ ਵਿਰੋਧ ਜਿਤਾ ਰਹੀ, ਪੰਥਕ ਧਿਰਾਂ ਵੀ ਜਿਤਾ ਰਹੀਆਂ ਨੇ ਸਾਰੀਆਂ ਜਿਹੜੀਆਂ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਡੋ ਅੱਡ ਪੰਥਕ ਦਲਾਂ ਦੇ ਨੁਮਾਇੰਦੇ ਨੇਗੇ, ਸਾਰਿਆਂ ਨੇ ਇਕਮਤ ਹੋ ਕੇ ਇਸ ਬਿੱਲ ਦੀ ਨਿਖੇਧੀ ਕੀਤੀ ਹੈ ਤੇ ਰੱਦ ਕੀਤਾ ਵੀ ਇਹਨੂੰ ਨਹੀਂ ਪ੍ਰਵਾਨ। ਪਰ ਕਈ ਜਗ੍ਹਾ ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆਮ ਜਿਹੜੀਆਂ ਪੰਥਕ ਪਾਰਟੀਆਂ ਨੇ ਉਹ ਸਰਕਾਰ ਦੇ ਬਿੱਲ ਦੀ ਤਾਂ ਵਿਰੋਧ ਤਾਂ ਕਰ ਰਹੀਆਂ ਨੇ, ਪਰ ਨਾਲ ਹੀ ਇੱਕ ਇਹ ਵੀ ਮੰਗ ਉਠਾ ਰਹੀਆਂ ਨੇ ਵੀ ਇਹ ਕਿਉਂ ਉੱਭਰਿਆ, ਸਰਕਾਰ ਨੂੰ ਕਿਉਂ ਦਖਲ ਦੇਣਾ ਪਿਆ। ਇਹਦੇ ਤੋਂ ਇਹ ਲੱਗਦਾ ਵੀ ਕਈ ਜਗ੍ਹਾ ਤੇ ਸ਼ਾਇਦ ਅਕਾਲੀ ਦਲ ਦੇ ਪ੍ਰਤੀ ਜਾਂ ਉਹਦੀ ਲੀਡਰਸ਼ਿਪ ਪ੍ਰਤੀ ਕੋਈ ਨਾ ਕੋਈ ਹੈ ਜਿਹੜੀ ਗੱਲਬਾਤ ਅੰਦਰੋਂ ਅੰਦਰੀ ਸੁਲਗ ਰਹੀ ਹੈ, ਕਿਉਂਕਿ ਪੰਥਕ ਧਿਰਾਂ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਆਈਆਂ ਨੇ, 2-3 ਪੰਥਕ ਧਿਰਾਂ ਨੇ ਆਪਣੀਆਂ ਪ੍ਰੈਸ ਕਾਨਫਰੰਸਾਂ ਕਰਕੇ ਕੀਤਾ, ਉਹਨਾਂ ਨੇ ਬਿੱਲ ਦੀ ਤਾਂ ਨਿਖੇਧੀ ਕੀਤੀ ਹੈ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਇਸ ਤਰ੍ਹਾਂ ਦੀ ਸਥਿਤੀ ਉਤਪੰਨ ਕਿਉਂ ਹੋਈ ਹੈ। ਜਿਵੇਂ ਕਿ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨ ਹੀ ਅਕਾਲ ਤਖਤ ਦੇ ਸੇਵਾ ਮੁਕਤ ਹੋਈ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਨੁਕਤਾ ਉਠਾਇਆ ਸੀਗਾ, ਇਹ ਮਸਲਾ ਉਠਾਇਆ ਸੀ ਵੀ ਇਹ ਹੋਇਆ ਕਿਉਂ। ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਸਿੱਖਾਂ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਨਵੀਂ ਵਿਵਾਦ ਜਾਂ ਨਵਾਂ ਨੈਰੇਟਿਵ ਸਿਰਜਣ ਦੀ ਇਹ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਕਾਰਜ ਹੈ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਬਿਲਕੁਲ ਡਾਕਟਰ ਸਾਹਿਬ, ਖਾਸ ਕਰਕੇ ਜਿਹੜਾ ਗੁਰਬਾਣੀ ਪ੍ਰਸਾਰ ਨੇ ਉਹ ਕਿਸੇ ਇੱਕ ਧਿਰ ਦੇ ਹਵਾਲੇ ਹੋਣਾ, ਇਹ ਵੀ ਇੱਕ ਇਸ ਵੇਲੇ ਵੱਡਾ ਮੁੱਦਾ ਬਣਿਆ ਹੋਇਆ। ਪਰੰਤੂ ਹੁਣ ਵੇਖਣਾ ਹੋਵੇਗਾ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ, ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਦੇ ਵਿੱਚ ਬਹੁਤ ਚਿਰ ਪਹਿਲਾਂ ਆਗਾਹ ਕਰ ਦਿੱਤਾ ਸੀ ਤੇ ਚੰਗਾ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਉਸ ਹੁਕਮ ਉੱਤੇ ਬਹੁਤੀ ਦੇਰ ਨਾ ਲਾਉਂਦੀ
ਤਾਂ ਕਿ ਇਹ ਜਿਹੜਾ ਮਾਮਲਾ ਹੈ ਅੱਗੇ ਨਾ ਵਧਦਾ। ਡਾਕਟਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਕਿ ਹੁਣ ਇਸ ਵੇਲੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਅੱਜ ਬਕਾਇਦਾ ਦਰਬਾਰ ਸਾਹਿਬ ਸ੍ਰੀ ਮੰਜੀ ਸਾਹਿਬ ਤੋਂ ਸਵੇਰੇ ਮੀਰੀ ਪੀਰੀ ਦਿਵਸ ਉੱਤੇ ਵਿਚਾਰ ਪ੍ਰਗਟਾਵਾ ਵੀ ਕੀਤਾ। ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਜਿਹੜੇ ਹੁਣ ਰਘਵੀਰ ਸਿੰਘ ਹਨ, ਕੀ ਉਹ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਇਸ ਵੇਲੇ ਇੱਕ ਵੱਡੀ ਧਿਰ ਵਜੋਂ ਕਹਿ ਲਈਏ ਕਿ ਕਿਉਂਕਿ ਉਹ ਅਡਾਪਟ ਇੱਕ ਮੈਂਬਰ ਹਨ, ਖੜੇ ਹਨ, ਤਾਂ ਕੀ ਸ਼੍ਰੋਮਣੀ ਕਮੇਟੀ ਨੇ ਜੇਕਰ ਹੋਰ ਦੇਰੀ ਕੀਤੀ, ਇੱਕ ਧਿਰ ਨੂੰ ਜਿਹੜਾ ਇਹ ਪ੍ਰਸਾਰਨ ਦਾ ਪ੍ਰੋਗਰਾਮ ਦਿੱਤਾ ਹੈ, ਤਾਂ ਉਹ ਅਗਲੇ ਜਥੇਦਾਰ ਵੀ ਇਸ ਮਾਮਲੇ ਦੇ ਵਿੱਚ ਅਗਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛ ਸਕਦੇ ਹਨ, ਸਵਾਲ ਕਰ ਸਕਦੇ ਹਨ। ਤੇ ਨਾਲ ਹੀ ਡਾਕਟਰ ਸਾਹਿਬ ਇੱਕ ਇਹ ਵੱਡੀ ਖਬਰ ਵੱਖਰੀ ਤਰ੍ਹਾਂ ਦੀ ਵੀ ਆ ਰਹੀ ਹੈ ਕਿ ਜਿਸ ਅਦਾਰੇ ਦੇ ਕੋਲ ਗੁਰਬਾਣੀ ਪ੍ਰਸਾਰਨ ਪਿਛਲੇ ਕਈ ਸਾਲਾਂ ਤੋਂ ਬਕਾਇਦਾ ਟੈਂਡਰਿੰਗ ਸੀ, ਭਾਵੇਂ ਉਸ ਅਦਾਰੇ ਨੇ ਸਪਸ਼ਟ ਤੌਰ ਤੇ ਹੁਣ ਕਹਿ ਦਿੱਤਾ ਹੈ ਕਿ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੈ, ਜਿਹੜਾ ਇਹ ਧਾਰਮਿਕ ਪ੍ਰੋਗਰਾਮ ਪ੍ਰਸਾਰਨ ਦਾ ਹੁੰਦਾ ਹੈ, ਸ਼੍ਰੋਮਣੀ ਕਮੇਟੀ ਉਸ ਸੰਬੰਧੀ ਅਗਲੇ ਸਮੇਂ ਆਪਣੇ ਪੱਧਰ ਉੱਤੇ ਕੋਈ ਵੀ ਫੈਸਲਾ ਲੈ ਸਕਦੀ ਹੈ, ਕਿਉਂਕਿ ਜੁਲਾਈ ਦੇ ਸ਼ਾਇਦ ਦੂਜੇ ਜਾਂ ਤੀਜੇ ਹਫ਼ਤੇ ਤੱਕ ਉਸ ਅਦਾਰੇ ਕੋਲ ਗੁਰਬਾਣੀ ਪ੍ਰਸਾਰਨ ਦਾ ਅਜੇ ਵਿਧੀਵਤ ਪ੍ਰੋਗਰਾਮ ਹੈ। ਇਸ ਗੁਰਬਾਣੀ ਪ੍ਰਸਾਰਨ ਉੱਤੇ ਇੱਕ ਅਦਾਰੇ ਦਾ ਕਹਿ ਲਈਏ ਕਿ ਏਕਾ ਅਧਿਕਾਰ ਇਸ ਸਮੁੱਚੇ ਵਰਤਾਰੇ ਦੇ ਵਿੱਚ ਇੱਕ ਵੱਡਾ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ। ਡਾਕਟਰ ਸਾਹਿਬ, ਤੁਸੀਂ ਇਸ ਸਾਰੇ ਮਾਮਲੇ ਨੂੰ ਥੋੜਾ ਜਿਹਾ ਹੋਰ ਵਿਸਤਾਰ ਨਾਲ ਖੋਲਿਓ। ਪਿੰਡਰ ਸਾਹਿਬ, ਜਿਵੇਂ ਪਤਾ ਹੈ ਕਿ ਇੱਕ ਚੈਨਲ ਪਿਛਲੇ 10 ਸਾਲ ਤੋਂ ਉਹਨੂੰ ਅਧਿਕਾਰਤ ਕੀਤਾ ਗਿਆ ਸੀਗਾ ਤੇ ਉਹਦੇ ਨਾਲ ਜੋ ਐਗਰੀਮੈਂਟ ਹੋਇਆ ਸੀ ਉਹਦੇ ਮੁਤਾਬਕ ਉਹ ਆਪਣੀ ਰਕਮ ਅਦਾ ਕਰਦਾ ਸੀ ਤੇ 10% ਆਏ ਸਾਲ ਵਧਾਈ ਜਾਂਦੀ ਸੀ ਤੇ ਉਹ ਸੈਟੇਲਾਈਟ ਦੇ ਉੱਪਰ ਆਪਣੀ ਗੁਰਬਾਣੀ ਦਾ ਪ੍ਰਚਾਰ ਦਾ ਕਾਰਜ ਕਰ ਰਿਹਾ। ਪਰੰਤੂ ਬਹੁ ਗਿਣਤੀ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਹ ਇਸ ਅਦਾਰੇ ਪ੍ਰਤੀ ਇੱਕ ਰੰਜਿਸ਼ ਸੀ, ਜਾਂ ਇਹ ਸੀ ਵੀ ਗੁਰਬਾਣੀ ਦਾ ਕਿਉਂ ਇਸ ਤਰ੍ਹਾਂ ਵਪਾਰੀਕਰਨ ਕੀਤਾ ਜਾ ਰਿਹਾ। ਅਸਲ ਦੇ ਵਿੱਚ ਜਿਹੜਾ ਕਾਰਨ ਇਹ ਹੋਇਆ ਤੇ ਸਮੇਂ ਦੇ ਵਿੱਚ ਜਦੋਂ ਕਿ ਗੁਰਬਾਣੀ ਦਾ ਜਿਹੜਾ ਮੁੱਖ ਵਾਕ ਆਉਂਦਾ ਸੀਗਾ ਉਹ ਸੋਸ਼ਲ ਮੀਡੀਆ ਦੇ ਉੱਪਰ ਕੁਝ ਵਿਅਕਤੀਆਂ ਨੇ ਜਾਂ ਕੁਝ ਸੰਸਥਾਵਾਂ ਨੇ ਇਸ ਸੈਟੇਲਾਈਟ ਦੇ ਇਹਨਾਂ ਦੇ ਚੈਨਲ ਤੋਂ ਲੈ ਕੇ ਜਾਂ ਇਹਨਾਂ ਦੀ ਸਾਈਟ ਤੋਂ ਲੈ ਕੇ ਸ਼ੇਅਰ ਕਰਨਾ ਸ਼ੁਰੂ ਕੀਤਾ, ਤਾਂ ਇਸ ਅਦਾਰੇ ਨੇ ਉਹਨਾਂ ਨੂੰ ਇਹ ਨੋਟਿਸ ਦਿੱਤੇ ਕਿ ਇਹ ਸਾਡੀ ਇੰਟੈਲੈਕਚੁਅਲ ਪ੍ਰਾਪਰਟੀ ਹੈ, ਇਹ ਤੁਸੀਂ ਵਰਤ ਨਹੀਂ ਸਕਦੇ। ਤੇ ਇਸ ਦੇ ਉੱਪਰੋਂ ਫਿਰ ਸਾਰਾ ਜਦੋਂ ਕਿ ਸਾਰੇ ਸਿੱਖ ਜਗਤ ਦੇ ਵਿੱਚ ਗਿਆ, ਕਿਉਂਕਿ ਗੁਰਬਾਣੀ ਤਾਂ ਗੁਰੂ ਸਾਹਿਬ ਦੀ ਬਾਣੀ ਹੈ, ਜਿਹੜੀ ਰੂਹਾਨੀ ਬਾਣੀ ਹੈ, ਜਿਹੜੀ ਹਰੇਕ ਮਾਨਸ ਦੇ ਲਈ ਮਾਨਸ ਨੂੰ ਦਿੱਤੀ ਜਾ ਸਕਦੀ ਹੈ, ਕਿਉਂਕਿ ਗੁਰੂ ਘਰ ਦੇ ਤਾਂ ਦਰਬਾਰ ਸਾਹਿਬ ਦੇ ਚੌਹੀ ਪਾਸੇ ਗੇਟ ਨੇ, ਕੋਈ ਜਾਤ ਨਹੀਂ, ਵਰਣ ਨਹੀਂ, ਧਰਮ ਨਹੀਂ, ਹਰੇਕ ਦੇ ਲਈ ਉਹਨਾਂ ਦੇ ਦਰ ਖੁੱਲੇ ਨੇ। ਤੇ ਫਿਰ ਗੁਰਬਾਣੀ ਦੇ ਉੱਪਰ ਇੱਕ ਅਦਾਰੇ ਦਾ ਕਿਸ ਤਰ੍ਹਾਂ ਇੱਕ ਅਧਿਕਾਰ ਹੋਗਾ, ਇਸ ਗੱਲ ਨੇ ਸਭ ਤੋਂ ਵੱਡਾ ਰੋਸ ਪੈਦਾ ਕੀਤਾ। ਇਸ ਦੇ ਕਾਰਨ ਜਿਹੜੀਆਂ ਪ੍ਰਸਥਿਤੀਆਂ ਨੇ ਇਹ ਉਤਪੰਨ ਹੋਈ ਗਈਆਂ। ਇਹ ਇਸ ਦੇ ਬਾਰੇ ਜਿਵੇਂ ਕਿ ਪਹਿਲਾਂ ਵੀ ਮਤਲਬ ਉੱਠਦਾ ਰਿਹਾ, ਇਹਨੂੰ ਸੰਭਾਲਿਆ ਨਹੀਂ ਗਿਆ ਜਾਂ ਇਹਨੂੰ ਥੋੜਾ ਜਿਹਾ ਲਟਕਣ ਦਿੱਤਾ ਗਿਆ, ਜਿਹਦੇ ਕਾਰਨ ਇਹ ਮੌਜੂਦਾ ਸਥਿਤੀਆਂ ਉਤਪੰਨ ਹੋ ਕੇ ਆਈਆਂ ਨੇ। ਤੇ ਪਰ ਹੁਣ ਵੀ ਜ਼ਰੂਰਤ ਹੈ ਕਿ SGPC ਨੂੰ ਕਿ ਇਸ ਦੇ ਲਈ ਆਪਣਾ ਪੂਰਾ ਕੋਈ ਠੋਸ ਕੰਕਰੀਟ ਕਦਮ ਚੁੱਕੇ ਜਾਣ, ਤਾਂ ਜੋ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਸਕੇ ਅਤੇ ਲੋਕਾਂ ਦੇ ਵਿੱਚ ਜੋ ਇਸ ਤਰ੍ਹਾਂ ਦੀ ਵਿਆਪਕ ਰੋਸ ਹੈ ਜਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਉਤਪੰਨ ਹੋ ਰਹੀਆਂ ਨੇ, ਉਹਨਾਂ ਨੂੰ ਵੀ ਸ਼ਾਂਤ। ਕਿਉਂਕਿ ਕਾਰਨ ਕੀ ਹੈ ਕਿ ਜਿਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਹੁਣ, ਇੱਕ ਪਾਸੇ SGPC ਪੂਰਾ ਪੈਂਤੜਾ ਲਈ ਬੈਠੀ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਆਪਣੇ ਦੇ ਨਾਲ ਪੂਰੇ ਜ਼ੋਰ ਦੇ ਨਾਲ ਆਪਣਾ ਸਟੈਂਡ ਦੇ ਉੱਪਰ ਡਟੀ ਹੋਈ ਹੈ। ਇਹਦੇ ਵਿੱਚ ਕਿਤੇ ਇਸ ਦੇ ਵਿੱਚੋਂ ਕੋਈ ਹੋਰ ਨਾ ਭਾਵਨਾਵਾਂ ਉਤਪੰਨ ਹੋਣ, ਸੋਚਣ ਵਾਲੀ ਗੱਲ ਤਾਂ ਇਹ ਹੈ ਜੀ ਪਿੰਡ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਆਪਾਂ ਇਹੀ ਜ਼ਿਕਰ ਕਰ ਰਹੇ ਹਾਂ ਕਿ ਜਿਹੜਾ ਗੁਰਦੁਆਰਾ ਸੋਧ ਬਿੱਲ ਕਹਿ ਲਈਏ ਕਿ ਜਿਹੜਾ ਇਸ ਸਮੇਂ ਵਿਵਾਦ ਵੱਡੇ ਪੱਧਰ ਉੱਤੇ ਉਪਜਿਆ ਹੋਇਆ ਹੈ, ਇੱਕ ਪਾਸੇ ਰਾਜਨੀਤੀ ਹੈ, ਇੱਕ ਪਾਸੇ ਧਾਰਮਿਕ ਗਤੀਵਿਧੀਆਂ ਨੇ, ਤੇ ਅੱਜ ਜਿਹੜਾ ਦਿਹਾੜਾ ਉਹ ਵੀ ਮੀਰੀ ਪੀਰੀ ਦਾ ਹੀ ਹੈ। ਆਪਾਂ ਜ਼ਿਕਰ ਵੀ ਇਸ ਮਾਮਲੇ ਉੱਤੇ ਹੀ ਕਰ ਰਹੇ ਹਾਂ। ਸ਼੍ਰੋਮਣੀ ਕਮੇਟੀ ਨੇ ਜਿਹੜਾ ਗੁਰਦੁਆਰਾ ਸੋਧ ਬਿੱਲ ਦੇ ਖਿਲਾਫ ਜਰਨਲ ਇਜਲਾਸ ਸੱਦਿਆ ਸੀ ਡਾਕਟਰ ਸਾਹਿਬ, ਉਸ ਦੇ ਵਿੱਚ ਗੁਰਬਾਣੀ ਪ੍ਰਸਾਰਨ ਸੰਬੰਧੀ ਜਿਹੜਾ ਮਾਮਲਾ ਸੀ ਉਸ ਉੱਤੇ ਕੋਈ ਵੱਡੇ ਪੱਧਰ ਉੱਤੇ ਚਰਚਾ ਨਹੀਂ ਕੀਤੀ ਗਈ। ਚਲੋ ਖੈਰ, ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਨ ਸੰਬੰਧੀ ਯਾਨੀ ਕਿ ਆਪਣਾ ਚੈਨਲ ਜਾਂ ਇਸ ਚੈਨਲ ਦੇ ਹੱਲ ਸੰਬੰਧੀ ਜਿਹੜਾ ਚੈਨਲ ਦਾ ਮਾਮਲਾ ਉਪਜਿਆ ਹੋਇਆ, ਇੱਕ ਸਬ ਕਮੇਟੀ ਗਠਿਤ ਕੀਤੀ ਹੋਈ ਹੈ। ਦੱਸਿਆ ਜਾ ਰਿਹਾ ਕਿ ਸਬ ਕਮੇਟੀ ਅਗਲਾ ਪ੍ਰੋਗਰਾਮ ਲਿਆਉਣ ਦੇ ਬਿਲਕੁਲ ਕਰੀਬ ਹੈ। ਸ਼ਾਇਦ ਅਗਲੇ ਕੁਝ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਇੱਕ
YouTube ਚੈਨਲ ਸਥਾਪਿਤ ਕੀਤਾ ਜਾ ਰਿਹਾ। ਖੈਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਵੇਲੇ ਜਿਹੜਾ ਵੱਡਾ ਸ਼ਿਕਵਾ ਹੈ ਕਿ ਗੁਰਦੁਆਰਾ ਸੋਧ ਐਕਟ ਉਹ ਪੰਜਾਬ ਸਰਕਾਰ ਨਹੀਂ ਕਰ ਸਕਦੀ, ਤੇ ਇਸ ਮਾਮਲੇ ਨੂੰ ਲੈ ਕੇ ਦੋਨਾਂ ਧਿਰਾਂ ਵੱਲੋਂ ਜਿਹੜਾ ਇਹ ਬਿੱਲ, ਇੱਕ ਪਾਸੇ ਹੱਕ ਦੇ ਵਿੱਚ, ਇੱਕ ਪਾਸੇ ਵਿਰੋਧ ਦੇ ਵਿੱਚ, ਇੱਕ ਬਿੱਲ ਇਸ ਵੇਲੇ ਰਾਜਪਾਲ ਪੰਜਾਬ ਦਫ਼ਤਰ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਦੂਜੇ ਬੰਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਹੁੰਚ ਚੁੱਕਿਆ ਹੈ। ਡਾਕਟਰ ਸਾਹਿਬ, ਇਸ ਸਾਰੀ ਸਥਿਤੀ ਨੂੰ ਰਾਜਨੀਤੀ ਤੇ ਧਾਰਮਿਕ, ਕਿਉਂਕਿ ਅੱਜ ਦਾ ਦਿਹਾੜਾ ਹੀ ਮੀਰੀ ਪੀਰੀ ਹੈ, ਮੀਰੀ ਪੀਰੀ ਦਿਵਸ ਉੱਤੇ ਆਪਾਂ ਇਸ ਸਾਰੇ ਮਾਮਲੇ ਨੂੰ ਰਲ ਗੱਚ ਕਰਕੇ ਵੇਖਿਓ ਕਿ ਇਸ ਦਾ ਅਗਲੇ ਸਮੇਂ ਕੀ ਨਿਚੋੜ ਸਾਹਮਣੇ ਆਉਣ ਵਾਲਾ ਹੈ, ਸਿਆਸੀ ਲਿਹਾਜ਼ ਤੋਂ, ਧਾਰਮਿਕ ਲਿਹਾਜ਼ ਤੋਂ, ਕਾਨੂੰਨੀ ਲਿਹਾਜ਼ ਤੋਂ। ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਸਿੱਖ ਮਾਸਜ ਦੀ ਇੱਕ ਆਪਣੀ ਧਾਰਮਿਕ ਆਸਥਾ ਹੈ, ਜੁੜੀ ਹੋਈ ਹੈ, ਗੁਰਬਾਣੀ ਦੇ ਨਾਲ ਹੈ, ਗੁਰਮਤ ਦੇ ਨਾਲ ਹੈ, ਤੇ ਸਿੱਖ ਮਤ ਤੇ ਜਿਹੜੇ ਗੁਰਮਤ ਦੇ ਨਾਲ ਜੁੜੇ ਹੋਣ ਕਾਰਨ ਸਿੱਖ ਮਾਸਜ ਦੀ ਜਿਹੜੀ ਜ਼ਿਆਦਾ ਵੋਟ ਹੈ ਉਹ ਅਕਾਲੀ ਦਲ ਨਾਲ ਸੀ ਪਹਿਲਾਂ, ਕਿਉਂਕਿ ਅਕਾਲੀ ਦਲ ਸਿੱਖਾਂ ਦੇ ਮਸਲਿਆਂ ਨੂੰ ਉਠਾਉਂਦਾ ਸੀ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਵੋਟ ਜੁੜੀ ਹੋਈ ਸੀ। ਪਰ ਕਿਉਂਕਿ ਹੁਣ ਪਿਛਲੇ ਸਮੇਂ ਤੋਂ ਪ੍ਰਸਥਿਤੀਆਂ ਬਦਲ ਗਈਆਂ ਨੇ ਤੇ ਅਕਾਲੀ ਦਲ ਸੱਤਾ ਤੋਂ ਬਾਹਰ ਹੈ, ਤੇ ਇਸ ਲਈ ਉਹਨਾਂ ਨੂੰ ਆਪਣੀ ਸੱਤਾ ਦੇ ਵਿੱਚ ਵਾਪਸੀ ਦੇ ਲਈ ਇਹ ਪੈਂਤਰਾ ਤਾਂ ਲੈਣਾ ਹੀ ਪੈਣਾ। ਪਰੰਤੂ ਦੂਸਰੀਆਂ ਧਿਰਾਂ ਵੀ, ਜਿਸ ਤਰ੍ਹਾਂ ਕਿ ਭਾਰਤੀ ਜਨਤਾ ਪਾਰਟੀ ਵੀ ਔਰ ਆਮ ਆਦਮੀ ਪਾਰਟੀ ਕੇਂਦਰਿਤ ਕਰ ਰਹੀ ਹੈ, ਤੇ ਇਹਦੇ ਤੋਂ ਇਹ ਵੀ ਹੋ ਸਕਦਾ ਵੀ ਵੋਟਾਂ ਦੀ ਪੋਲਰਾਈਜੇਸ਼ਨ ਕਰਨ ਦੇ ਲਈ ਇਹਦੇ ਵਿੱਚੋਂ ਕਿਤੇ ਲੰਬੀ ਜਾਂ ਪਿਛਲੇ ਸਮੇਂ ਦੇ ਦੌਰਾਨ ਟਕਰਾਅ ਉੱਭਰਿਆ ਸੀ ਤੇ ਕਿਤੇ ਉਸ ਤਰ੍ਹਾਂ ਦੀ ਸਥਿਤੀਆਂ ਉਤਪੰਨ ਹੁੰਦੀਆਂ ਨੇ ਤਾਂ ਪੰਜਾਬ ਦੇ ਲਈ ਕਿਸ ਤਰ੍ਹਾਂ ਦਾ ਪਹਿਲੂ ਹੋਏਗਾ, ਪੰਜਾਬ ਦੇ ਵਿਕਾਸ ਦੇ ਲਈ ਉਹਦਾ ਕੀ ਅਸਰ ਪਵੇਗਾ, ਪੰਜਾਬ ਦੇ ਸੱਭਿਆਚਾਰ ਤੇ ਕੀ ਅਸਰ ਪਵੇਗਾ, ਪੰਜਾਬ ਦੀ ਰਾਜਨੀਤੀ ਦੇ ਉੱਪਰ ਇਹਦੇ ਗੰਭੀਰ ਅਸਰ ਪੈਣ ਦੀਆਂ ਸੰਭਾਵਨਾਵਾਂ ਹੈਗੀਆਂ, ਜਿਹੜਾ ਕਿ ਜੇ ਇਹਨੂੰ ਸਹੀ ਢੰਗ ਦੇ ਨਾਲ, ਸਹੀ ਤਰੀਕੇ ਦੇ ਨਾਲ ਲੋਕ ਆਵਾਜ਼ ਦੇ ਅਨੁਸਾਰ, ਲੋਕ ਮਨਾਂ ਦੇ ਅਨੁਸਾਰ ਨਹੀਂ ਨਜਿੱਠਿਆ ਜਾਂਦਾ ਤਾਂ ਇਹ ਹੋਰ ਪਾਸੇ ਨੂੰ ਵੀ ਸ਼ੇਪ ਲੈ ਸਕਦਾ। ਬਿਲਕੁਲ ਡਾਕਟਰ ਸਾਹਿਬ, ਇਸ ਵੇਲੇ ਜਿੱਥੇ ਸ਼੍ਰੋਮਣੀ ਕਮੇਟੀ ਦਾ ਵਫਦ ਅਗਲੇ ਸਮੇਂ ਗ੍ਰਹਿ ਮੰਤਰੀ ਨੂੰ ਮਿਲਣ ਦੀ ਤਾਂਘ ਦੇ ਵਿੱਚ ਹੈ, ਸ਼੍ਰੋਮਣੀ ਕਮੇਟੀ ਨੇ ਇਸ ਮੁਤਲਕ ਆਪਣੀਆਂ ਮਸ਼ਕਾਂ ਤੇਜ਼ ਕੀਤੀਆਂ ਹੋਈਆਂ ਨੇ। ਪਰੰਤੂ ਦੂਜੇ ਬੰਨੇ ਇੱਕ ਮਾਮਲਾ ਹੋਰ ਵੀ ਵੱਡੇ ਪੱਧਰ ਉੱਤੇ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਸ ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਇਸ ਵੇਲੇ ਕੇਂਦਰ ਦੇ ਨਾਲ ਅੰਦਰਖੱਤੇ ਵੱਡੇ ਪੱਧਰ ਉੱਤੇ ਗੱਲਬਾਤ ਦੇ ਗੇੜ ਦੇ ਵਿੱਚ ਹੈ। ਕੁਝ ਲੀਡਰਾਂ ਦਰਮਿਆਨ ਪਿਛਲੇ ਦਿਨੀ ਇਸ ਮਾਮਲੇ ਉੱਤੇ ਗੱਲਬਾਤ ਹੋਈ ਦੱਸੀ ਵੀ ਜਾ ਰਹੀ ਹੈ, ਤੇ ਪਤਾ ਇਹ ਵੀ ਲੱਗਿਆ ਕਿ ਵੱਡੀ ਲੀਡਰਸ਼ਿਪ, ਕਹਿ ਲਈਏ ਕਿ ਅਕਾਲੀ ਦਲ ਦੀ ਜਿਹੜੀ ਇਸ ਵੇਲੇ ਸੀਨੀਅਰ ਜਾਂ ਵੱਡੀ ਲੀਡਰਸ਼ਿਪ ਹੈ, ਉਹ ਵੀ ਭਾਜਪਾ ਦੀ ਲੀਡਰਸ਼ਿਪ ਦੇ ਨਾਲ ਇਹ ਮੁੱਦਾ ਅੰਦਰਖੱਤੇ ਵੱਡੇ ਪੱਧਰ ਉੱਤੇ ਉਭਾਰ ਰਹੀ ਹੈ। ਤੇ ਇਸ ਸਮੁੱਚੇ ਮਾਮਲੇ ਤੋਂ ਰਾਜਸੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੋਨੇ ਪਾਰਟੀਆਂ ਦਾ ਜਿਹੜਾ ਆਪਸ ਦੇ ਵਿੱਚ ਤੋੜ ਵਿਛੋੜ ਹੈ ਉਹ ਅਗਲੇ ਸਮੇਂ ਰਲੇਵੇਂ ਦੇ ਵਿੱਚ ਵੀ ਬਦਲ ਸਕਦਾ ਹੈ, ਕਿਉਂਕਿ ਦੋਨਾਂ ਧਿਰਾਂ ਦੀ ਇਸ ਮਾਮਲੇ ਦੇ ਵਿੱਚ ਸਖਾਵੇਂ ਪੱਧਰ ਉੱਤੇ ਗੱਲਬਾਤ ਚੱਲ ਰਹੀ ਹੈ। ਜਿੱਥੇ ਅਕਾਲੀ ਦਲ ਪੰਜਾਬ ਸਰਕਾਰ ਵੱਲੋਂ ਲਿਆਂਦੇ ਇਸ ਬਿੱਲ ਦਾ ਤਿੱਖੇ ਰੂਪ ਦੇ ਵਿੱਚ ਵਿਰੋਧ ਕਰ ਰਿਹਾ ਹੈ, ਉੱਥੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਵੱਡੀ ਤਾਦਾਦ ਸਿੱਖ ਆਗੂ ਵੀ ਇਸ ਪੰਜਾਬ ਸਰਕਾਰ ਦੇ ਲਿਆਂਦੇ ਬਿੱਲ ਦਾ ਵਿਰੋਧ ਕਰ ਰਹੇ ਨੇ। ਡਾਕਟਰ ਸਾਹਿਬ, ਇਸ ਮਾਮਲੇ ਨੂੰ ਜੇਕਰ ਆਪਾਂ, ਪੰਜਾਬ ਦੀ ਇੱਕ ਅਖਬਾਰ ਨੇ ਅੱਜ ਇੱਕ ਵੱਡੀ ਇੱਕ ਫਲੈਸ਼ ਰੂਪੀ ਖਬਰ ਵੀ ਪ੍ਰਕਾਸ਼ਿਤ ਕੀਤੀ ਹੈ ਕਿ ਲੋਕ ਸਭਾ ਚੋਣਾਂ ਤੋਂ ਕੁਝ ਚਿਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਲੇਵਾਂ ਹੋ ਸਕਦਾ ਹੈ। ਇਸ ਮਾਮਲੇ ਨੂੰ ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ? ਕੀ ਇਹ ਅਜਿਹਾ ਸੰਭਵ ਹੈ? ਭਿੰਦਰ ਸਾਹਿਬ, ਰਾਜਨੀਤੀ ਦੇ ਵਿੱਚ ਹਰ ਚੀਜ਼ ਸੰਭਵ ਹੋ ਸਕਦੀ ਹੈ, ਇਹ ਤਾਂ ਹੈ, ਪਰ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਚੱਲ ਰਿਹਾ ਪਿਛਲੇ ਸਮੇਂ ਦੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਕਾਂਗਰਸ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਸੀ, ਕਾਂਗਰਸ ਨੂੰ, ਤੇ ਫਿਰ ਹੁਣ ਅਕਾਲੀ ਦਲ ਦੀ, ਕਿਉਂਕਿ ਸਪੇਸ ਇੱਕੋ ਹੀ ਹੈ ਜੀ ਜਿਹੜੀ ਦੇ ਉੱਪਰ ਇਹਨਾਂ ਨੇ ਕਬਜ਼ਾ ਕਰਨਾ। ਅਕਾਲੀ ਦਲ ਦਾ ਵੀ ਉਹਦੇ ਤੇ ਹੈ, ਕਾਂਗਰਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ, ਤੇ ਉਹਦਾ ਪਹਿਲਾਂ ਵੀ ਅਕਾਲੀ ਦਲ ਦੇ ਨਾਲ ਗੱਠਜੋੜ ਸੀ ਤੇ ਪਿਛਲੇ ਸਮੇਂ ਬੇਸ਼ੱਕ ਉਹ ਟੁੱਟ ਗਿਆ ਸੀ, ਪਰ ਹਾਲੇ ਵੀ ਉਹਦੇ ਅੰਦਰ ਉਹਨਾਂ ਦਾ ਸੰਭਾਵਨਾਵਾਂ ਹੈਗੀਆਂ ਨੇਗੀਆਂ। ਇਹਦੀਆਂ ਲਈ ਕਈ ਪ੍ਰਸਥਿਤੀਆਂ ਵੀ ਦੱਸ ਰਹੀਆਂ ਨੇ, ਜਿਸ ਤਰ੍ਹਾਂ ਕਿ ਵਿਰੋਧੀ ਦਲਾਂ ਦਾ ਜਿਹੜਾ ਪਟਨਾ ਵਿਖੇ ਸੰਮੇਲਨ ਹੋਇਆ ਉਹਦੇ ਵਿੱਚ ਅਕਾਲੀ ਦਲ ਨਹੀਂ ਸ਼ਾਮਲ ਹੋਇਆ, ਤੇ ਦੂਸਰਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਡਾਕਟਰ ਸਾਹਿਬ,
ਅਕਾਲੀ ਦਲ ਨੂੰ ਨਹੀਂ ਸੀ ਸੱਦਿਆ ਗਿਆ ਪਟਨਾ ਸਾਹਿਬ ਸੰਮੇਲਨ ਦੇ ਵਿੱਚ, ਸੱਦਿਆ ਹੀ ਨਹੀਂ ਸੀ ਗਿਆ ਜੀ ਡਾਕਟਰ ਸਾਹਿਬ। ਬਿਲਕੁਲ ਠੀਕ ਹੈ ਜੀ, ਸੱਦਿਆ ਵੀ ਨਹੀਂ ਗਿਆ ਤੇ ਇਹਨਾਂ ਨੇ ਇਹ ਸੰਭਾਵਨਾਵਾਂ ਲੱਗਦੀਆਂ ਹੋਣਗੀਆਂ ਨਾ, ਤਦੇ ਨਹੀਂ ਹੋਇਆ ਵੀ ਇਹਨਾਂ ਨੇ ਇੱਧਰ ਹੀ ਜਾਣਾ, ਤੇ ਇਹ ਹੋ ਸਕਦੀ ਹੈ ਜੀ। ਤੇ ਦੂਸਰਾ, ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਪਿਛਲੇ ਦਿਨੀ ਚੰਡੀਗੜ੍ਹ ਆ ਕੇ ਇਹ ਵੀ ਕਹਿ ਕੇ ਗਏ ਨੇ, ਬਿਆਨ ਦੇ ਕੇ ਗਏ ਨੇ ਕਿ ਸਾਡਾ ਪੁਰਾਣੇ ਗੱਠਜੋੜ ਜਿਨ੍ਹਾਂ ਨਾਲ ਰਿਹਾ ਉਹਨਾਂ ਨਾਲ ਸਾਡਾ ਦਿਲ ਦਾ ਰਿਸ਼ਤਾ, ਦਿਲ ਦੇ ਨੇੜੇ ਨੇ, ਤੇ ਇਹਦੇ ਤੋਂ ਇਹ ਲੱਗਦਾ ਵੀ ਕੋਈ ਨਾ ਕੋਈ ਸੰਭਾਵਨਾਵਾਂ ਚੱਲ ਰਹੀਆਂ ਨੇ। ਪਰ ਜਿੱਥੋਂ ਤੱਕ ਇਹ ਲੱਗ ਰਿਹਾ ਹੈ ਭਿੰਡਰ ਸਾਹਿਬ, ਜੋ ਅਕਾਲੀ ਦਲ ਨੇ ਪੋਲੀਟੀਕਲੀ ਜਿਹੜਾ ਜਿੰਨਾ ਜ਼ਿਆਦਾ ਮੂਵ ਹੋਣਾ ਸੀ, ਬੇਸ਼ੱਕ ਕਾਂਗਰਸ ਪਾਰਟੀ ਵੀ ਗੁਰਦੁਆਰਾ ਸੋਧ ਬਿੱਲ ਦਾ ਵਿਰੋਧ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਹੈ, ਹੋਰ ਪਾਰਟੀਆਂ ਵੀ ਕਰ ਰਹੀਆਂ ਨੇ ਅਕਾਲੀ ਦਲ ਵੱਲੋਂ, ਪਰ ਅਕਾਲੀ ਦਲ ਵੱਲੋਂ ਉਹਨਾਂ ਕੂਟਨੀਤਿਕ ਪੱਧਰ ਤੇ, ਜਿਸ ਤਰ੍ਹਾਂ ਕਿ ਪਹਿਲਾਂ ਜਦੋਂ ਕਦੇ ਕਿਸੇ ਵੇਲੇ ਵੀ ਕੇਂਦਰ ਸਰਕਾਰ ਵੱਲੋਂ ਹਮਲਾ ਹੁੰਦਾ ਸੀ ਜਾਂ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵੱਲ ਦਖਲਅੰਦਾਜ਼ੀ ਹੁੰਦੀ ਸੀ, ਤਾਂ ਅਕਾਲੀ ਦਲ ਬੜੀ ਵੱਡੀ ਪੱਧਰ ਤੇ ਮਤਲਬ ਆਪਣੀ ਕੂਟਨੀਤਿਕ ਸ਼ਕਤੀਆਂ ਦਾ ਉਹ ਮੁਜ਼ਾਹਰਾ ਕਰਦਾ ਸੀ ਤੇ ਬਦਲ ਕੇ ਰੋਕ ਦਿੰਦੇ ਸੀ। ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 2002-3 ਦੇ ਵਿੱਚ ਜਦੋਂ ਥੋੜਾ ਜਿਹਾ ਟਕਰਾਅ ਆਇਆ ਸੀ ਅਕਾਲੀ ਦਲ ਦੇ ਨਾਲ, ਉਦੋਂ ਅਕਾਲੀ ਦਲ ਦੇ ਵੱਡੀ ਲੀਡਰਸ਼ਿਪ ਦੇ ਉੱਪਰ ਵੀ ਹਮਲਾ ਹੋ ਰਿਹਾ ਸੀ ਤੇ SGPC ਦੇ ਉੱਪਰ ਹਮਲਾ ਹੋ ਰਿਹਾ ਸੀ, ਤੇ ਟੌੜਾ ਸਾਹਿਬ ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚ ਸੀ, ਤੇ ਉਦੋਂ ਅਕਾਲੀ ਦਲ ਨੇ ਇੱਕ ਬਹੁਤ ਵੱਡੀ ਆਪਣੀ ਦੂਰਅੰਦੇਸ਼ੀ ਦੇ ਨਾਲ ਸੋਨੀਆ ਗਾਂਧੀ ਜੀ ਤੱਕ ਪਹੁੰਚ ਕਰਾਈ ਸੀ। ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਸਾਬਕਾ ਪ੍ਰਧਾਨ ਮੰਤਰੀ, ਤੇ ਉਹਨਾਂ ਦੇ ਕਹਿਣ ਦੇ ਉੱਪਰ ਸੋਨੀਆ ਗਾਂਧੀ ਜੀ ਨੇ ਕੈਪਟਨ ਸਾਹਿਬ ਨੂੰ ਇਹਨਾਂ ਮਸਲਿਆਂ ਤੋਂ ਦੂਰ ਰਹਿਣ ਦੇ ਲਈ ਕਿਹਾ ਸੀਗਾ। ਪਰੰਤੂ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਐਡਾ ਵੱਡਾ ਹੋ ਚੁੱਕਿਆ ਹੈ, ਤੇ ਪਰ ਅਕਾਲੀ ਦਲ ਦੀ ਕੋਈ ਇਸ ਤਰ੍ਹਾਂ ਦੀ ਮੁਹਿੰਮ ਨਹੀਂ ਨਜ਼ਰ ਆ ਰਹੀ, ਬਈ ਆਪ ਦੇ ਲੀਡਰਸ਼ਿਪ ਨੂੰ ਜਾਂ ਆਪ ਦੇ ਸੁਪਰੀਮੋ ਨੂੰ ਜਾਂ ਹੋਰ ਉਸ ਤਰ੍ਹਾਂ ਦੀ ਕੋਈ ਵੱਡੀ ਕਾਰਵਾਈ ਕੀਤੀ ਹੋਵੇ। ਪਰ ਫਿਰ ਵੀ ਕਿਉਂਕਿ ਇਹ ਏਡਾ ਵੱਡਾ ਜਿਸ ਤਰ੍ਹਾਂ SGPC ਨੇ ਮਤਾ ਪਾਸ ਕੀਤਾ, ਤੇ ਅਕਾਲੀ ਦਲ ਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਉਹਦੇ ਵੱਲੋਂ ਥੋੜਾ ਇਸ ਤਰ੍ਹਾਂ ਦੀ ਕੋਈ ਸਰਗਰਮੀ ਜ਼ਿਆਦਾ ਸਾਹਮਣੇ ਨਹੀਂ ਆ ਰਹੀ ਜੀ। ਪਿੰਡਰ ਸਾਹਿਬ, ਡਾਕਟਰ ਸਾਹਿਬ, ਇੱਕ ਹੁੰਦੀ ਹੈ ਵੋਟ ਫੀਸ ਦੀ ਤੇ ਇੱਕ ਹੁੰਦਾ ਹੈ ਵੋਟ ਸਪੇਸ। ਪੰਜਾਬ ਦੇ ਵਿੱਚ ਵੋਟ ਸਪੇਸ ਦਾ ਇਸ ਵੇਲੇ ਵੱਡਾ ਰੌਲਾ ਹੈ। ਪਿਛਲੇ ਆਪਾਂ ਰਾਜਸੀ ਪੱਧਰ ਉੱਤੇ ਇੱਕ ਇਤਿਹਾਸਕ ਝਾਤ ਮਾਰੀਏ ਤਾਂ ਕਾਂਗਰਸ ਨੇ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜਾ ਅਕਾਲੀ ਦਲ ਦੀ ਸਪੇਸ ਸੀਗਾ, ਅਕਾਲੀ ਦਲ ਦਾ ਵੋਟ ਬੈਂਕ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਲਈ ਕਈ ਵਾਰ ਆਪਣੀ ਰਣਨੀਤੀ ਨੂੰ ਮੋੜ ਦਿੱਤਾ। ਕਹਿ ਲਈਏ ਕਿ ਗਿਆਨੀ ਜੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਵੀ ਪੰਜਾਬ ਦੇ ਜਿਹੜੇ ਧਾਰਮਿਕ ਮਾਮਲਿਆਂ ਦੇ ਵਿੱਚ ਵੱਡੇ ਪੱਧਰ ਉੱਤੇ ਆਪਣੀਆਂ ਸਰਗਰਮੀਆਂ ਆਰੰਭੀਆਂ, ਵਿਖਾਈਆਂ ਕੀਤੀਆਂ, ਤਾਂ ਪੰਜਾਬੀਆਂ ਦੇ ਵਿੱਚ ਇੱਕ ਵੱਡੀ ਚਰਚਾ ਚੱਲੀ ਕਿ ਜਿਹੜੀ ਹੈ ਪੰਥਕ ਲਿਹਾਜ਼ ਦੀ, ਧਾਰਮਿਕ ਲਿਹਾਜ਼ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਜਿਹੜੇ ਪੰਜਾਬੀਆਂ ਦੇ ਹਿੱਤ ਦੇ ਜਾਂ ਧਾਰਮਿਕ ਹਿੱਤ ਦੇ ਕਾਰਜ ਨੇ ਉਹ ਗਿਆਨੀ ਜੈਲ ਸਿੰਘ ਜਾਂ ਉਹਨਾਂ ਦੀ ਸਰਕਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਵੀ ਜਿਹੜਾ ਇਹ ਅਕਾਲੀ ਦਲ ਦੀ ਸਪੇਸ, ਕਹਿ ਲਈਏ ਕਿ ਧਾਰਮਿਕ ਪੱਧਰ ਦੀ ਵੋਟ ਰਾਜਨੀਤੀ ਦੇ ਵਿੱਚ ਵੱਡੀ ਸੰਨ ਲਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਵੱਡਾ ਵਿਰੋਧ ਵੀ ਹੋਇਆ ਤੇ ਉਸ ਸਮੇਂ ਹੀ ਦੱਸਦੇ ਨੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਾਸਟਰ ਤਾਰਾ ਸਿੰਘ ਦਰਮਿਆਨ ਇਹ ਇੱਕ ਸਮਝੌਤਾ ਹੋਇਆ, ਪੈਕਟ ਹੋਇਆ, ਜਿਸ ਨੂੰ ਕਿ ਹੁਣ ਆਧਾਰ ਬਣਾ ਕੇ ਇਹ ਗੁਰਦੁਆਰਾ ਸੋਧ ਬਿੱਲ ਦੇ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ। ਇਸ ਮਗਰੋਂ ਡਾਕਟਰ ਸਾਹਿਬ ਬੇਅੰਤ ਸਿੰਘ ਵੀ ਜਦੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਤੌਰ ਮੁੱਖ ਮੰਤਰੀ ਆਏ ਤਾਂ ਉਹਨਾਂ ਨੇ ਵੀ ਧਾਰਮਿਕ ਮਾਹੌਲ ਦੇ ਵਿੱਚ ਆਪਣੀ ਵੱਡੇ ਪੱਧਰ ਤੇ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਖੈਰ, ਪੰਜਾਬ ਦੇ ਵਿੱਚ ਜਿਹੜਾ ਵੋਟ ਫੀਸ ਦੇ ਉਲਟ ਕਹਿ ਲਈਏ ਕਿ ਵੋਟ ਸਪੇਸ, ਹੁਣ ਇਸ ਵੇਲੇ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ ਕੋਲ ਆਪਣਾ ਕੇਡਰ ਉਸ ਪੱਧਰ ਦਾ ਨਹੀਂ ਜਿਹੜਾ ਕਿ ਅਕਾਲੀ ਦਲ ਕੋਲ ਹੈ, ਕਾਂਗਰਸ ਕੋਲ ਹੈ ਜਾਂ ਪੰਜਾਬ ਦੀਆਂ ਹੋਰ ਪਾਰਟੀਆਂ ਜਿਵੇਂ ਕਿ ਬਹੁਜਨ ਸਮਾਜ ਪਾਰਟੀ ਜਾਂ ਕਮਿਊਨਿਸਟ ਧਿਰਾਂ ਨੇ। ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਨੇ, ਇੱਕ ਇਤਿਹਾਸ ਸਿਰਜਿਆ, ਪਰੰਤੂ ਉਹਨਾਂ ਕੋਲ ਪੱਕੇ ਤੌਰ ਤੇ ਹਾਲੇ ਵੀ ਉਸ ਪੱਧਰ ਦਾ ਕੇਡਰ ਨਹੀਂ, ਤੇ ਆਮ ਆਦਮੀ ਪਾਰਟੀ ਦੀ ਇਸ ਵੇਲੇ ਸਿਆਸੀ ਲਿਹਾਜ਼ ਤੋਂ ਤੀਬਰ ਇੱਛਾ ਹੈ ਕਿ ਅਕਾਲੀ ਦਲ ਨੂੰ ਜਿੰਨਾ ਡਾਊਨ ਕੀਤਾ ਜਾਏ ਓਨਾ ਹੀ ਆਮ ਆਦਮੀ ਪਾਰਟੀ ਦੇ ਹਿੱਤ ਦੇ ਵਿੱਚ ਹੋਵੇਗਾ। ਜਿਹੜਾ ਉਹ ਵੋਟ ਸਪੇਸ ਹੈ ਉਹ ਅਕਾਲੀ ਦਲ ਦਾ ਉਸ ਉੱਤੇ ਆਪ ਦੀ ਵੱਡੀ ਨਜ਼ਰ ਹੈ, ਤੇ ਅਜਿਹੀ ਨਜ਼ਰ ਦੀ ਵਜ੍ਹਾ ਹੀ ਹੁਣ ਭਗਵੰਤ ਮਾਨ ਦੀ ਸਰਕਾਰ ਵੀ ਪੰਜਾਬ ਦੇ ਵਿੱਚ
ਧਾਰਮਿਕ ਲਿਹਾਜ਼ ਉੱਤੇ ਆਪਣੀਆਂ ਸਰਗਰਮੀਆਂ ਨੂੰ ਪੜਾਅਵਾਰ ਅੱਗੇ ਵਧਾ ਰਹੀ ਹੈ। ਅਜਿਹਾ ਕਹਿਣਾ ਹੈ ਪੰਜਾਬ ਦੇ ਵੱਖ-ਵੱਖ ਚਿੰਤਕਾਂ ਦਾ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਇਹ ਬਿਲਕੁਲ ਸਹੀ ਹੈ, ਪਰ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਚਾਹੇ ਸਰਦਾਰ ਪ੍ਰਤਾਪ ਸਿੰਘ ਕੈਰੂ ਸੀ, ਗਿਆਨੀ ਜੈਲ ਸਿੰਘ ਸੀ, ਕੈਪਟਨ ਅਮਰਿੰਦਰ ਸਿੰਘ ਸੀ, ਇਹਨਾਂ ਦਾ ਨਾ ਕਿਸੇ ਪੱਧਰ ਤੇ ਅਕਾਲੀ ਦਲ ਦੇ ਨਾਲ ਪਿਛੋਕੜ ਜੁੜਦਾ। ਸਰਦਾਰ ਪ੍ਰਤਾਪ ਸਿੰਘ ਕੈਰੂ ਦੇ ਵੇਲੇ ਗਿਆਨੀ ਕਰਤਾਰ ਸਿੰਘ ਜੋ ਪੰਥ ਦੇ ਦਿਮਾਗ ਸੀ, ਅਕਾਲੀ ਦਲ ਦੇ ਲੀਡਰ ਸੀ, ਉਹ ਇਸ ਸਰਗਰਮੀ ਨੂੰ ਸਾਰਾ ਚਲਾ ਰਹੇ ਸੀ। ਉਹ ਕਾਂਗਰਸ ਪਾਰਟੀ ਦੇ ਉਸ ਵੇਲੇ ਪੰਜਾਬ ਸਰਕਾਰ ਦੇ ਮੰਤਰੀ ਸੀ। ਤੇ ਗਿਆਨੀ ਜੈਲ ਸਿੰਘ, ਉਹਨਾਂ ਦਾ ਵੀ ਪਿਛੋਕੜ ਅਕਾਲੀ ਦਲ ਦੇ ਨਾਲ ਸੀ। ਉਹਨਾਂ ਨੂੰ ਵੀ ਪਤਾ ਸੀਗਾ ਉਹ ਇਸ ਤਰ੍ਹਾਂ ਉਹ ਅਕਾਲੀ ਵੋਟਾਂ ਨੂੰ ਕਵਰ ਕਰਨ ਦੇ ਲਈ, ਉਹਨਾਂ ਨੂੰ ਖਿੱਚਣ ਦੇ ਲਈ, ਅਕਾਲੀ ਮੈਸੇਜ ਨੂੰ ਖਿੱਚਣ ਦੇ ਲਈ ਉਹਨਾਂ ਨੂੰ ਗਿਆਨ ਸੀ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਵਿੱਚ ਵੀ ਰਹੇ ਸੀ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਸਿੱਖ ਵੋਟਰਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਤੇ ਉਹਦੇ ਵਿੱਚ ਉਹ ਆਪਣਾ ਕੁਛ ਨਾ ਕੁਛ ਕਾਮਯਾਬ ਹੁੰਦੇ। ਪਰੰਤੂ ਇਸ ਵਾਰੀ ਇਹ ਬਿਲਕੁਲ ਵੱਖਰਾ ਹੈ। ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦਾ ਅਕਾਲੀ ਦਲ ਦੇ ਨਾਲ ਕੋਈ ਉਹ ਨਹੀਂ ਹੈ। ਇਹ ਆਪਣੀ ਇੱਕ ਵੱਖਰੀ ਹਮਲੇ ਦੇ ਤਹਿਤ ਇਹ ਪਾਰਟੀ ਹੋਣ ਚ ਆਈ ਹੈ ਤੇ ਵੱਖਰੀ ਇਸ਼ੂ ਦੇ ਉੱਪਰ ਆਈ ਹੈ ਤੇ ਬਹੁਤ ਗਿਣਤੀ ਦੇ ਵਿੱਚ ਆਈ ਹੈ ਤੇ ਇਸ ਤਰ੍ਹਾਂ ਇਹਨਾਂ ਨੇ ਇਹ ਦਖਲ ਵੀ ਦਿੱਤਾ ਹੈ ਤੇ ਦਖਲ ਵੀ ਸਿੱਧੇ ਤੌਰ ਤੇ ਵੀ ਦੇ ਰਹੇ ਨੇ। ਇਹ ਵੀ ਹੈ ਇੱਕ ਵੱਖਰਾ ਨਵਾਂ ਦੇਖਣ ਨੂੰ ਮਿਲ ਰਿਹਾ ਹੈਗਾ। ਜਿਹੜਾ ਇੱਕ ਵਰਤਾਰਾ ਹੈ ਇਹ ਪਿਛਲਿਆਂ ਨਾਲੋਂ ਇਹ ਥੋੜਾ ਭਿੰਨ ਹੈ। ਬਿਲਕੁਲ ਡਾਕਟਰ ਸਾਹਿਬ, ਭਾਵੇਂ ਧਾਰਮਿਕ ਮਾਮਲੇ ਵੀ ਇੱਕ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੇ ਨੇ, ਵੱਡਾ ਸਥਾਨ ਰੱਖਦੇ ਨੇ, ਪਰੰਤੂ ਨਾਲ ਜਿਹੜੇ ਪੰਜਾਬ ਦੇ ਹੋਰ ਮਾਮਲੇ ਨੇ, ਖਾਸ ਕਰਕੇ ਬੇਰੁਜ਼ਗਾਰੀ, ਇਹ ਇੱਕ ਵੱਡਾ ਵਿਸ਼ਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਖੇਤੀਬਾੜੀ ਨੂੰ ਪੈਰਾਂ ਸਿਰ ਕਰਨਾ, ਕਿਉਂਕਿ ਪੰਜਾਬ ਹਿੰਦੁਸਤਾਨ ਦਾ ਅਜਿਹਾ ਪਹਿਲਾ ਸੂਬਾ ਹੈ ਜਿਹੜਾ ਖੇਤੀ ਪ੍ਰਧਾਨ ਦੇ ਨਾਂ ਹੇਠ ਵੱਜਦਾ ਹੈ ਤੇ ਖੇਤੀ ਪੱਖੋਂ ਪੰਜਾਬ ਹਾਲੇ ਵੀ ਅਗਵਾਈ ਕਰਦਾ ਵਿਖਾਈ ਦਿੰਦਾ ਹੈ। ਪਰੰਤੂ ਇੱਥੇ ਜਿਹੜਾ ਪੰਜਾਬ ਦਾ ਕਿਸਾਨ ਉਹ ਵੱਡੇ ਪੱਧਰ ਉੱਤੇ ਕਰਜ਼ਾਈ ਹੈ। ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਕਿਸਾਨੀ ਤੋਂ ਵੋਟ ਬੈਂਕ ਇਸ ਕਦਰ ਲੈਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹਨਾਂ ਦਾ ਕਰਜ਼ਾ ਲਾਹ ਦਿੱਤਾ ਜਾਏਗਾ, ਪਰੰਤੂ ਸਰਕਾਰਾਂ ਇਸ ਪਾਸੇ ਹਾਲੇ ਤਾਈਂ ਕਾਮਯਾਬ ਹੁੰਦੀਆਂ ਨਹੀਂ ਵਿਖਾਈ ਦਿੰਦੀਆਂ। ਇਸ ਤੋਂ ਇਲਾਵਾ ਪੰਜਾਬੀਆਂ ਦੇ ਹੋਰ ਵੱਡੇ ਤਮਾਮ ਮਸਲੇ ਨੇ, ਪਰੰਤੂ ਜਿਹੜਾ ਇਸ ਵੇਲੇ ਮਸਲਾ ਵੱਡੇ ਪੱਧਰ ਉੱਤੇ ਉਹ ਧਾਰਮਿਕ ਲਿਹਾਜ਼ ਦਾ ਬਣ ਕੇ ਸਾਹਮਣੇ ਆ ਰਿਹਾ ਤੇ ਪਿਛਲੇ ਸਮੇਂ ਵੀ ਵੱਖ-ਵੱਖ ਸਮੇਂ ਹੋਰ ਮੁੱਦਿਆਂ ਨੂੰ ਛੱਡ ਕੇ ਸਰਕਾਰਾਂ ਤੇ ਵਿਰੋਧੀ ਧਿਰਾਂ ਦਰਮਿਆਨ ਜਿਹੜਾ ਇਹ ਵੱਡੇ ਪੱਧਰ ਉੱਤੇ ਪੇਚਾ ਪੈਂਦਾ ਰਿਹਾ ਉਹ ਧਾਰਮਿਕ ਲਿਹਾਜ਼ ਉੱਤੇ ਹੀ ਪੈਂਦਾ ਰਿਹਾ। ਜੀ ਡਾਕਟਰ ਸਾਹਿਬ। ਬਿਲਕੁਲ ਠੀਕ ਹੈ ਜੀ। ਹੋਰ ਜਿਹੜੇ ਮਸਲੇ ਨੇ, ਜਿਸ ਤਰ੍ਹਾਂ ਕਿ ਬਹੁਤ ਹੀ ਗੰਭੀਰ ਮਸਲੇ ਨੇ, ਨਸ਼ਿਆਂ ਦਾ ਮਸਲਾ ਹੈ, ਲਾਅ ਐਂਡ ਆਰਡਰ ਦੀ ਸਮੱਸਿਆ ਹੈ, ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਨੇ, ਉਹਨਾਂ ਤੋਂ ਪਿੱਛੇ ਛੱਡ ਕੇ ਇਸ ਮਸਲੇ ਦੇ ਉੱਪਰ ਸਮੁੱਚਾ ਵਰਤਾਂਤ ਹੀ ਇਸ ਸਿਰਜਿਆ ਜਾ ਰਿਹਾ ਧਾਰਮਿਕ। ਇਹ ਦੂਸਰੇ ਜਾਤਾ ਇਹ ਹੋ ਸਕਦਾ ਹੈ ਕਿ ਦੂਸਰੇ ਮਸਲਿਆਂ ਨੂੰ ਪਿੱਛੇ ਛੱਡ ਕੇ ਜਾਂ ਉਹਨਾਂ ਤੋਂ ਧਿਆਨ ਭਟਕਾਉਣ ਦੇ ਲਈ ਇਸ ਮਸਲੇ ਨੂੰ ਅੱਗੇ ਲਿਆਂਦਾ ਜਾ ਰਿਹਾ ਤੇ ਵਿਰੋਧੀ ਪਾਰਟੀਆਂ ਵੀ ਇਸ ਦੇ ਉੱਪਰ ਪੂਰੀ ਤਰ੍ਹਾਂ ਕੇਂਦਰਿਤ ਹੋ ਚੁੱਕੀਆਂ ਨੇ ਤੇ ਉਹਨਾਂ ਵੱਲੋਂ ਵੀ ਹੁਣ ਕੋਈ ਨਸ਼ਿਆਂ ਦੇ ਮਸਲੇ ਦੇ ਉੱਪਰ ਜਾਂ ਹੋਰ ਮਸਲਿਆਂ ਦੇ ਉੱਪਰ ਕੋਈ ਗੱਲ ਨਹੀਂ ਕੀਤੀ ਜਾ ਰਹੀ। ਸਿਰਫ ਤੇ ਸਿਰਫ ਇਸ ਮਸਲੇ ਦੇ ਉੱਪਰ ਕੇਂਦਰਿਤ ਹੋਇਆ ਪਿਆ ਤੇ ਸਾਰਾ ਕੁਝ ਜਿਹੜਾ ਕਿ ਦੂਸਰੀਆਂ ਹੋਰ ਜਿਹੜੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ, ਬੜਾ ਕੁਛ ਹੈ, ਪਾਣੀ ਦੀਆਂ ਸਮੱਸਿਆਵਾਂ ਨੇ, ਜ਼ਮੀਨੀ ਲੈ ਪਾਣੀ ਦੀਆਂ ਸਮੱਸਿਆਵਾਂ ਨੇ, ਪ੍ਰਦੂਸ਼ਣ ਦੀ ਸਮੱਸਿਆ ਹੈ ਬਹੁਤ ਹੈ ਤੇ ਆਪਣੇ ਵਪਾਰ ਦੀ ਸਮੱਸਿਆ ਹੈ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਕਿ ਉਦਯੋਗ ਸਥਾਪਿਤ ਕਰਨ ਦੀ ਜਾਂ ਪੰਜਾਬ ਦੀ ਹੋਰ ਖੇਤੀਬਾੜੀ ਨੂੰ ਹੋਰ ਵਿਕਾਸ ਕਰਨ ਦੀ ਜ਼ਰੂਰਤ ਹੈ, ਉਹਨਾਂ ਮਸਲਿਆਂ ਤੋਂ ਸਾਰਾ ਧਿਆਨ ਹਟ ਕੇ ਪ੍ਰਵਾਸ ਪੱਧਰ ਉੱਤੇ ਪੰਜਾਬ ਇਸ ਵੇਲੇ ਅਡਾਰੀਆਂ ਉੱਤੇ ਹੈ ਤੇ ਪੰਜਾਬ ਨੂੰ ਆਪਣੀ ਧਰਤੀ ਉੱਤੇ ਥੰਮਣਾ ਹੈ। ਇਹ ਵੀ ਇੱਕ ਵੱਡਾ ਵਿਸ਼ਾ ਡਾਕਟਰ ਸਾਹਿਬ। ਬਿਲਕੁਲ ਜੀ, ਬਿਲਕੁਲ। ਪੰਜਾਬ ਦੇ ਵਿੱਚ ਬਹੁਤ ਸਾਰੇ ਉਹ ਨੇ ਤੇ ਬਹੁਤ ਮਸਲਿਆਂ ਦੀ ਜਿਹੜੇ ਕਿ ਗੁੰਝਲਦਾਰ ਮਸਲੇ ਨੇ ਕਿ ਜਿਹੜੇ ਬਣਦੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਦਾ ਹੁਣ ਐਜੂਕੇਸ਼ਨ ਦੇ ਵਿੱਚ ਬੜਾ ਕੁਛ ਆ ਰਿਹਾ, ਐਜੂਕੇਸ਼ਨ ਦਾ ਨਿਗਾਰ, ਹੈਲਥ ਸੰਬੰਧੀ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ, ਬਹੁਤ ਕੁਝ ਆ ਰਿਹਾ ਜਿਹੜੀਆਂ ਕਿ ਨਵੀਆਂ ਸਮੱਸਿਆਵਾਂ ਹਰ ਰੋਜ਼ ਉਤਪੰਨ ਹੋ ਰਹੀਆਂ ਨੇ, ਪਰੰਤੂ ਉਹਨਾਂ ਦੇ ਉੱਪਰ ਧਿਆਨ ਦੀ ਬਜਾਏ ਸਾਰਾ ਕੁਝ ਇਸ ਇਸ਼ੂ ਦੇ ਉੱਪਰ ਕੇਂਦਰਿਤ ਹੋ ਚੁੱਕੇ ਹੈ ਤੇ ਜ਼ਿਲ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਕਿ ਗੈਂਗਸਟਰ ਜਾਂ ਮਾਫੀਆ ਦੀਆਂ ਇੰਟਰਵਿਊ ਆ ਰਹੀਆਂ ਨੇਗੀਆਂ, ਉਹ ਮਸਲਿਆਂ ਦੇ ਉੱਪਰ ਬਹੁਤ ਕੁਝ ਹੈਗਾ ਜਿਹੜਾ ਕਿ ਪੰਜਾਬ ਦੇ ਲਈ ਕਾਫੀ ਪ੍ਰਭਾਵ ਪਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਆਰਥਿਕਤਾ ਨੂੰ ਵੀ ਹੋਰਾਂ ਲੱਗਣ ਦੀਆਂ ਸੰਭਾਵਨਾ। ਬਿਲਕੁਲ ਡਾਕਟਰ ਸਾਹਿਬ, ਆਪਾਂ ਜਿਹੜਾ ਇਹ ਵਿਸ਼ਾ ਕਿ ਗੁਰਦੁਆਰਾ ਸੋਧ ਬਿੱਲ ਉਹ ਕਿਸ ਪੜਾਅ ਉੱਤੇ ਹੈ, ਉਸ ਦੀ ਅਗਲੀ ਪਲਾਂਘ ਕੀ ਹੈ ਤੇ ਉਸ ਦਾ ਭਵਿੱਖ ਕੀ ਰਹਿਣ ਵਾਲਾ ਸਮੇਤ ਪੰਜਾਬ ਨਾਲ ਮੁਤਲਕ ਹੋਰ ਵੱਖ-ਵੱਖ ਮਸਲਿਆਂ ਉੱਤੇ ਵਿਸਤਾਰਪੂਰਵਕ ਚਰਚਾ ਕੀਤੀ ਹੈ। ਉਮੀਦ ਹੈ ਕਿ ਇਹ ਚਰਚਾ ਸਾਡੇ ਪੰਜਾਬੀਆਂ ਨੂੰ ਪਸੰਦ ਆਏਗੀ। ਡਾਕਟਰ ਸਾਹਿਬ, ਤੁਸੀਂ ਟਾਈਮ ਕੱਢਿਆ, ਵਕਤ ਕੱਢਿਆ ਤੁਹਾਡਾ,
ਧੰਨਵਾਦ। ई मिशन पंजाबी